ਹੈਲੋ ਦੋਸਤੋ, ਗੁੱਡ ਮੋਰਨਿੰਗ ਟੂ ਆਲ। ਉਮੀਦ ਕਰਦੇ ਹਾਂ ਤੁਸੀਂ ਬਹੁਤ ਵਧੀਆ ਹੋਵੋਗੇ ਔਰ ਸਭ ਨੂੰ ਤੁਹਾਨੂੰ ਤੇ ਤੁਹਾਡੇ ਸਭ ਪਰਿਵਾਰ ਦੇ ਮੈਂਬਰਾਂ ਨੂੰ ਸਾਡੇ ਵੱਲੋਂ ਹੈਪੀ ਨਿਊ ਈਅਰ। ਔਰ ਇਹ ਸਾਲ ਤੁਹਾਡੇ ਲਈ ਬਹੁਤ ਹੀ ਖੁਸ਼ੀਆਂ ਭਰਿਆ ਹੋਵੇ ਔਰ ਤੁਹਾਡੀ ਜੋ ਇੱਛਾ ਹੈਗੀ, ਜੋ ਕੋਈ ਐਗਜ਼ਾਮ ਦੀ ਤਿਆਰੀ ਕਰਦਾ ਜਾਂ ਤੁਹਾਡੀ ਜੋ ਵੀ ਮਨ ਦੀ ਇੱਛਾ ਹੈ ਉਹ ਸਭ ਦੀ ਪੂਰਨ ਹੋਵੇ ਔਰ ਤੁਹਾਡਾ ਸਭ ਦਾ ਇਹ ਸਾਲ ਖੁਸ਼ੀਆਂ ਨਾਲ ਬਤੀਤ ਹੋਵੇ। ਤੇ ਅੱਜ ਆਪਾਂ ਗੱਲ ਕਰਨੀ ਆ ਆਪਣੇ 9ਵੇਂ ਗੁਰੂ ਤੇਗ ਬਹਾਦਰ ਜੀ ਦੀ, ਜਿਨ੍ਹਾਂ ਨੂੰ ਆਪਾਂ ਹਿੰਦ ਦੀ ਚਾਦਰ ਦੇ ਨਾਮ ਨਾਲ ਜਾਣਦੇ ਹਾਂ, ਜਿਨ੍ਹਾਂ ਨੂੰ ਹਿੰਦ ਦੀ ਚਾਦਰ ਕਿਹਾ ਜਾਂਦਾ। ਤਾਂ ਉਹਨਾਂ ਦੇ ਬਾਰੇ ਅੱਜ ਆਪਾਂ ਗੱਲ ਕਰਨੀ ਆ। ਤਾਂ ਆਪਾਂ ਪੰਜਾਬ ਜੀਕੇ ਦਾ ਜਿਹੜਾ ਪੋਰਸ਼ਨ ਆ ਉਹ ਕਵਰ ਕਰ ਰਹੇ ਹਾਂ। ਤਾਂ ਇਹ ਤੋਂ ਪਹਿਲਾਂ ਆਪਾਂ 8 ਗੁਰੂ ਸਾਹਿਬਾਨਾਂ ਦੇ ਬਾਰੇ ਗੱਲ ਕਰ ਚੁੱਕੇ ਹਾਂ ਤੇ ਉਹਨਾਂ ਦੀਆਂ ਵੀਡੀਓਜ਼ ਆਪਣੇ ਚੈਨਲ 'ਤੇ ਪੰਜਾਬ ਜੀਕੇ ਦੀ ਪਲੇਲਿਸਟ ਦੇ ਵਿੱਚ ਅਪਲੋਡ ਹੈਗੀਆਂ ਨੇ। ਤਾਂ ਤੁਸੀਂ ਸਾਡੇ ਚੈਨਲ 'ਤੇ ਜਾ ਕੇ ਉੱਥੇ ਪਲੇਲਿਸਟ ਖੋਲ੍ਹ ਕੇ ਉਹਦੇ ਵਿੱਚ ਦੇਖ ਲੈਣੀ ਆ। ਤਾਂ ਪੰਜਾਬ ਜੀਕੇ ਆ ਜਿਹੜੀ ਆਪਣੀ ਉਹ ਨਾਲ ਦੀ ਨਾਲ ਕਵਰ ਹੋ ਜਾਏਗੀ। ਤਾਂ ਇਹਦੇ ਵਿੱਚੋਂ ਆਪਾਂ ਸਭ ਤੋਂ ਪਹਿਲਾਂ ਆਪਣੇ 10 ਗੁਰੂਜ਼ ਦੀ ਬਾਰੇ, ਉਹਨਾਂ ਦੇ ਬਾਰੇ ਗੱਲਬਾਤ ਕਰਨ ਲੱਗੇ ਸੀਗੇ। ਤਾਂ ਦੇਖੋ, ਇਹਨਾਂ ਦਾ ਜਿਹੜਾ ਜਨਮ 1621 ਦੇ ਵਿੱਚ ਹੁੰਦਾ, ਅਪ੍ਰੈਲ 1621 ਅੰਮ੍ਰਿਤਸਰ। ਤਾਂ ਇਹ ਮਤਲਬ ਕਿ 6ਵੇਂ ਗੁਰੂ ਹਰਗੋਬਿੰਦ ਜੀ ਦੇ ਛੋਟੇ ਪੁੱਤਰ ਨੇ। ਇਹਨਾਂ ਦੀ ਮਾਤਾ ਦਾ ਨਾਮ ਬੇਬੇ ਨਾਨਕੀ ਜੀ ਆ। ਤਾਂ ਵਿਆਹ ਇਹਨਾਂ ਦਾ ਮਾਤਾ ਗੁਜਰੀ ਜੀ ਨਾਲ ਹੁੰਦਾ, ਜੋ ਲਖਨੌਰੀ ਦੇ ਲਾਲ ਚੰਦ ਦੀ ਸਪੁੱਤਰੀ ਸਨ। ਬਾਕੀ ਤੁਸੀਂ ਇਹ ਦੇਖੋ ਵੀ ਜਿਹੜੇ ਇਹਨਾਂ ਦੇ ਬਾਰੇ ਇੰਪੋਰਟੈਂਟ ਪੁਆਇੰਟ ਨੇ 9ਵੇਂ ਗੁਰੂ ਜੀਆਂ ਬਾਰੇ, ਤਾਂ ਉਹ ਜਿੰਨੇ ਕੁ ਤਾਂ ਆਪਾਂ ਤੋਂ ਇਹ PDF ਦੇ ਵਿੱਚ ਟਾਈਪ ਹੋ ਗਏ, ਕਿਉਂਕਿ ਪੰਜਾਬੀ ਟਾਈਪ ਕਰਨੀ ਤੁਹਾਨੂੰ ਵੀ ਪਤਾ ਵੀ ਮਤਲਬ ਬਹੁਤ ਔਖਾ ਕੰਮ ਆ। ਤਾਂ ਇੰਨੇ ਘੱਟ ਸਮੇਂ ਦੇ ਵਿੱਚ ਆਪਾਂ ਤੁਹਾਨੂੰ ਕੰਟੈਂਟ ਬਹੁਤ ਜ਼ਿਆਦਾ ਪ੍ਰੋਵਾਈਡ ਕਰਵਾਉਣਾ ਹੁੰਦਾ, ਤਾਂ ਫਿਰ ਇੰਨਾ ਪੋਸੀਬਲ ਨਹੀਂ ਹੈਗਾ। ਤਾਂ ਜਿੰਨਾ ਇਹਦੇ 'ਚ ਟਾਈਪ ਹੋ ਗਿਆ ਉਹ ਠੀਕ ਆ। ਬਾਕੀ ਤੁਸੀਂ ਆਪਣਾ ਖੁਦ ਤੋਂ ਨੋਟ ਕਰ ਲਿਓ ਜਿਹੜੇ ਪੁਆਇੰਟ ਅਸੀਂ ਬੋਲ ਕੇ ਤੁਹਾਨੂੰ ਦੱਸਾਂਗੇ। ਤਾਂ ਇਹ ਮਤਲਬ ਤੁਹਾਨੂੰ ਅਸੀਂ ਵਾਅਦਾ ਕਰਦੇ ਹਾਂ ਵੀ ਤੁਹਾਡਾ ਇਹਨਾਂ ਦੇ ਵਿੱਚੋਂ ਕੋਈ ਪੁਆਇੰਟ ਆਉਂਦਾ ਤੇ ਉਹ ਸਕਿਪ ਨਹੀਂ ਹੋਏਗਾ, ਅਗਰ ਤੁਸੀਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਦੇ ਹੋ। ਤਾਂ ਪੰਜਾਬ ਜੀਕੇ ਦੇ ਵਿੱਚੋਂ ਤੁਹਾਡਾ ਕੋਈ ਵੀ ਕੁਐਸਚਨ ਆਉਂਦਾ ਤਾਂ ਤੁਸੀਂ ਉਹ ਨੰਬਰ ਛੱਡਣਾ ਨਹੀਂ ਹੈਗਾ, ਤਾਂ ਕਰਕੇ ਆਪਾਂ ਧਿਆਨ ਨਾਲ ਕਰਨਾ। ਤਾਂ ਆਪਣੇ 9ਵੇਂ ਗੁਰੂ ਜੀ ਨੇ, ਤਾਂ 9ਵੇਂ ਗੁਰੂ ਜੀ ਬਾਰੇ ਇੱਧਰਲੀ ਸਾਈਡ ਦੇਖ ਲਓ ਤੁਸੀਂ। ਤਾਂ 1621 ਦੇ ਵਿੱਚ ਤਾਂ ਇਹਨਾਂ ਦਾ ਜਨਮ ਹੁੰਦਾ ਅਤੇ ਫਿਰ ਇਹ ਤੋਂ ਬਾਅਦ 1665 ਦੇ ਵਿੱਚ ਇਹਨਾਂ ਨੂੰ ਗੁਰਗੱਦੀ ਮਿਲਦੀ ਆ, ਗੁਰੂ ਗੱਦੀ 'ਤੇ ਆਉਂਦੇ ਆ। ਫਿਰ 1675 ਦੇ ਵਿੱਚ ਸ਼ਹੀਦੀ ਪਾ ਲੈਂਦੇ ਆ। ਓਕੇ, ਤਾਂ ਜਦੋਂ ਇਹ ਗੁਰੂ ਬਣੇ ਸੀਗੇ ਉਦੋਂ ਇਹ 44 ਸਾਲ ਦੀ ਉਮਰ ਦੇ ਸੀਗੇ, 44 ਕੁ ਸਾਲ ਦੇ ਸੀਗੇ ਜਦੋਂ ਮਤਲਬ ਕਿ ਗੁਰਗੱਦੀ ਸੰਭਾਲੀ ਇਹਨਾਂ ਨੇ। ਤਾਂ ਹੁਣ ਦੇਖੋ, ਇਹਨਾਂ ਦੇ ਬਾਰੇ ਆਪਾਂ ਗੱਦੀ ਬਾਰੇ ਥੋੜ੍ਹੀ ਜਿਹੀ ਗੱਲਬਾਤ ਕਰ ਲਈਏ। ਤਾਂ ਜਦੋਂ ਆਪਣੇ 8ਵੇਂ ਗੁਰੂ ਜੀ ਸੀਗੇ ਜਿਹੜੇ, ਜਦੋਂ ਦਿੱਲੀ ਗਏ ਸੀ, ਠੀਕ ਆ, ਔਰੰਗਜ਼ੇਬ ਨੂੰ ਮਿਲਣ ਲਈ, ਤਾਂ ਉੱਥੇ ਉਹਨਾਂ ਨੇ ਕਿਹਾ ਸੀਗਾ, ਸ਼ਹੀਦ ਹੋਣ ਤੋਂ ਪਹਿਲਾਂ ਉਹਨਾਂ ਨੇ ਕਿਹਾ ਸੀਗਾ ਵੀ ਮਤਲਬ ਅਗਲਾ ਗੁਰੂ ਜਿਹੜਾ ਹੋਏਗਾ ਉਹ ਧੀਰਮਲ ਨਹੀਂ ਹੋਏਗਾ, ਜਿਹੜਾ ਉਹਨਾਂ ਦਾ ਭਰਾ ਸੀਗਾ, ਮਤਲਬ ਉਹ ਜਾਂ ਧੀਰਮਲ ਜਾਂ ਰਾਮ ਰਾਏ, ਉਹਨਾਂ ਦੇ ਵਿੱਚੋਂ ਕੋਈ ਨਹੀਂ ਹੋਏਗਾ, ਤੇ ਬਲਕਿ ਇੱਕ ਬਿਰਧ ਬਾਬਾ ਹੋਊਗਾ ਵੀ ਜਿਹੜਾ ਬਕਾਲੇ ਪਿੰਡ ਦੇ ਵਿੱਚ ਹੋਵੇਗਾ। ਹੁਣ ਦੇਖੋ, ਜੇ 44 ਸਾਲ ਦੇ ਗੁਰੂ ਬਣ ਗਏ ਤਾਂ ਮਤਲਬ ਇੱਕ ਬਿਰਧ ਵਾਲੀ ਅਵਸਥਾ ਹੀ ਹੋਏਗੀ, ਤਾਂ ਮਤਲਬ ਵੀ ਉਹ ਬਾਬਾ ਬਕਾਲਾ ਪਿੰਡ ਦੇ ਵਿੱਚ ਹੋਣਗੇ। ਓਕੇ, ਤਾਂ ਉਹ ਸਾਡੇ ਗੁਰੂ ਹੋਣਗੇ। ਤਾਂ ਫਿਰ ਜਦੋਂ ਇਹ ਗੱਲ ਪਤਾ ਲੱਗੀ ਵੀ ਜਿਹੜੇ ਮਤਲਬ ਕਿ ਗੁਰੂ ਨੇ ਉਹ ਬਾਬਾ ਬਕਾਲਾ ਪਿੰਡ 'ਚੋਂ ਹੋਣੇ ਨੇ, ਤਾਂ ਫਿਰ ਉੱਥੇ ਬਹੁਤ ਜ਼ਿਆਦਾ ਪਖੰਡੀ ਸੀਗੇ ਜਿਹੜੇ, ਉਹ ਉੱਥੇ ਜਾ ਕੇ ਆਪਣੀਆਂ ਬਾਹਰ ਮੰਜੀਆਂ ਲਾ ਕੇ ਬੈਠ ਗਏ ਵੀ ਮਤਲਬ ਕੀ ਪਤਾ ਅਸੀਂ ਗੁਰੂ ਬਣ ਜਾਈਏ, ਅਸੀਂ ਗੁਰੂ ਬਣ ਜਾਈਏ। ਤਾਂ ਇੱਕ ਮੱਖਣ ਸ਼ਾਹ ਲੁਬਾਣਾ ਹੋਇਆ, ਤਾਂ ਉਹਨਾਂ ਦਾ ਨਾ ਇੱਕ ਬੇੜਾ ਸੀਗਾ, ਕਾਠੀਆਵਾੜ ਤੋਂ ਸੀਗੇ ਉਹ, ਅਤੇ ਉਹ ਮਸੰਦ, ਉਹਨਾਂ ਦਾ ਇੱਕ ਬੇੜਾ ਸੀਗਾ ਅਤੇ ਉਹਨਾਂ ਦਾ ਬੇੜਾ ਡੁੱਬਣ ਲੱਗਿਆ ਸੀਗਾ। ਅਤੇ ਉਹਨਾਂ ਨੇ ਕਿਹਾ ਵੀ ਗੁਰੂ ਨਾਨਕ ਦੀ ਗੱਦੀ ਦੀ ਜਿਹੜੀ ਵੀ ਜੋਤ ਇਸ ਸਮੇਂ ਚੱਲਦੀ ਪਈ ਆ, ਵੀ ਜੇ ਉਹ ਹੈ ਤਾਂ ਮੈਂ ਉਹਨਾਂ ਨੂੰ 500 ਮੋਹਰਾਂ ਸੋਨੇ ਦੀਆਂ ਦੇਵਾਂਗਾ, ਭੇਟ ਕਰਾਂਗਾ, ਅਗਰ ਉਹ ਮੇਰਾ ਡੁੱਬਦਾ ਬੇੜਾ ਜਿਹੜਾ ਉਹ ਪਾਰ ਲਾ ਦੇਣ। ਤਾਂ ਉਹਨਾਂ ਦਾ ਡੁੱਬਦਾ ਬੇੜਾ ਗੁਰੂ ਤੇਗ ਬਹਾਦਰ ਜੀਆਂ ਨੇ ਪਾਰ ਲਾਤਾ। ਅਤੇ ਜਦੋਂ ਉਹਨਾਂ ਦਾ ਬੇੜਾ ਪਾਰ ਲੱਗ ਗਿਆ ਤਾਂ ਉਹਨਾਂ ਨੂੰ ਪਤਾ ਲੱਗਿਆ ਵੀ ਹੁਣ ਕਿਹਾ ਗਿਆ ਵੀ 8ਵੇਂ ਗੁਰੂ ਬਚਨ ਕਰਕੇ ਗਏ ਨੇ ਵੀ ਜਿਹੜੀ ਸਾਡੀ ਜੋਤ ਆ ਵੀ ਉਹ ਬਕਾਲੇ ਪਿੰਡ ਦੇ ਵਿੱਚ ਆਉਣੀ ਆ। ਤਾਂ ਉਹ ਬਕਾਲੇ ਪਿੰਡ ਦੇ ਵਿੱਚ ਆਏ। ਜਦੋਂ ਉਹਨਾਂ ਨੇ ਆ ਕੇ ਦੇਖਿਆ ਵੀ ਇੱਥੇ ਤਾਂ ਥਾਂ ਗੁਰੂ ਬਣੇ ਬੈਠੇ ਆ, ਅਤੇ ਵੀ ਹੁਣ ਅਸਲੀ ਗੁਰੂ ਦੀ ਪਛਾਣ ਕਿਵੇਂ ਕਰੀਏ। ਤਾਂ ਉਹਨਾਂ ਨੇ ਸੋਚਿਆ ਵੀ ਹੁਣ ਆਪਾਂ ਤਾਂ ਭੇਟ ਦੇਣੀ ਆ, ਵੀ ਅਸਲੀ ਗੁਰੂ ਦੀ ਪਛਾਣ ਤਾਂ ਕਰਨੀ ਪੈਣੀ ਆ। ਹੁਣ ਜੇ ਹੈ ਜ਼ਿਆਦਾ ਨੇ ਤਾਂ ਮੇਰੇ ਗੁਰੂ ਤਾਂ ਪਛਾਣਨਾ ਹੀ ਆ। ਤਾਂ ਉਹਨਾਂ ਨੇ ਇੱਕ ਦੋ ਮੋਹਰਾਂ ਸੋਨੇ ਦੀਆਂ ਸਭ ਨੂੰ ਧਰਦੇ ਗਏ, ਮਤਲਬ ਸਭ ਖੁਸ਼ ਹੁੰਦੇ ਗਏ ਵੀ ਸਾਨੂੰ ਤਾਂ ਸੋਨੇ ਦੀਆਂ ਮੋਹਰਾਂ ਮਿਲੀ ਜਾਂਦੀਆਂ ਨੇ, ਅਤੇ ਕਿਸੇ ਨੂੰ ਕੀ ਮਤਲਬ ਸੀ, ਕਿਉਂਕਿ ਸਭ ਝੂਠੇ ਨੇ। ਤਾਂ ਫਿਰ ਜਦੋਂ ਉਹ ਇੱਕ ਮਤਲਬ ਕਿ ਕੁਟੀਆ ਦੇ ਵਿੱਚ ਜਾਂਦੇ ਨੇ, ਉੱਥੇ ਦੇਖਦੇ ਆ ਵੀ ਮਤਲਬ ਗੁਰੂ ਜੀ ਸਮਾਧੀ ਲਈ ਆਪਦਾ ਮਤਲਬ ਕਿ ਤਪ ਕਰਦੇ ਪਏ ਆ। ਤਾਂ ਉਹਨਾਂ ਨੇ ਜਦੋਂ ਗੁਰੂ ਜੀ ਨੂੰ 2 ਮੋਹਰਾਂ ਧਰਨ ਲੱਗੇ ਤਾਂ ਗੁਰੂ ਜੀ ਨੇ ਕਿਹਾ ਵੀ ਮਤਲਬ ਆਪਣੀ ਗੱਲ ਤਾਂ 500 ਮੋਹਰਾਂ ਦੀ ਹੋਈ ਸੀ, ਵੀ ਤੂੰ ਇਹ 2 ਕਿਉਂ ਭੇਟ ਕਰਤਾ। ਤਾਂ ਉਹਨਾਂ ਨੇ ਫਿਰ ਇਸ ਤੋਂ ਬਾਅਦ ਕਿਹਾ ਵੀ ਅਸਲੀ ਗੁਰੂ ਲਾਧੋ ਰੇ, ਮਤਲਬ ਉਹਨਾਂ ਨੇ ਕਿਹਾ ਵੀ ਗੁਰੂ ਲੱਭ ਗਿਆ, ਅਸਲੀ ਗੁਰੂ ਸਾਨੂੰ ਮਿਲ ਗਿਆ, ਗੁਰੂ ਤੇਗ ਬਹਾਦਰ ਜੀ। ਇੱਥੋਂ ਤੱਕ ਤੁਹਾਨੂੰ ਕਲੀਅਰ ਆ ਪੁਆਇੰਟ ਵੀ ਮਤਲਬ ਗੁਰੂ ਲਾਧੋ ਰੇ ਆਪਾਂ ਕਹਿੰਦੇ ਹਾਂ, ਅਤੇ ਕਿਹੜੇ ਗੁਰੂ ਜੀ ਨਾਲ ਸੰਬੰਧਿਤ ਔਰ ਕਿਹਨਾਂ ਨੇ ਕਹੇ ਸੀਗੇ, ਔਰ ਬਕਾਲਾ ਪਿੰਡ। ਤਾਂ ਇਹਨਾਂ ਦਾ ਜਿਹੜਾ ਜਨਮ ਅੰਮ੍ਰਿਤਸਰ ਦੇ ਵਿੱਚ ਹੁੰਦਾ। ਮਾਤਾ ਦਾ ਨਾਮ ਬੇਬੇ ਨਾਨਕੀ ਸੀ। ਔਰ ਪਹਿਲਾਂ ਤਾਂ ਇਹਦੇ ਬੇਸਿਕ ਪੁਆਇੰਟ ਹੀ ਦੇਖ ਲਓ ਤੁਸੀਂ। ਵਿਆਹ ਇਹਨਾਂ ਦਾ ਮਾਤਾ ਗੁਜਰੀ ਜੀ ਨਾਲ ਹੁੰਦਾ, ਅਤੇ ਜੋ ਲਖਨੌਰੀ ਦੇ ਲਾਲ ਚੰਦ ਦੇ ਸਪੁੱਤਰੀ ਸਨ। ਤਾਂ 1632 ਦੇ ਵਿੱਚ ਵਿਆਹ ਹੁੰਦਾ, ਉਦੋਂ ਇਹਨਾਂ ਦੀ ਉਮਰ 11 ਸਾਲ ਦੀ ਸੀ। ਤਾਂ ਹਿੰਦ ਦੀ ਚਾਦਰ ਵਜੋਂ ਇਹਨਾਂ ਨੂੰ ਜਾਣਿਆ ਜਾਂਦਾ। ਔਰ ਬਚਪਨ ਦਾ ਨਾਮ ਇਹਨਾਂ ਦਾ ਕੀ ਸੀਗਾ, ਤਿਆਗਮੱਲ। ਹੁਣ ਜੇ ਬਚਪਨ ਦਾ ਨਾਮ ਤਿਆਗਮੱਲ ਆ, ਅਤੇ ਹੁਣ ਆਪਾਂ ਇਹਨਾਂ ਨੂੰ ਜਾਣਦੇ ਹਾਂ ਗੁਰੂ ਤੇਗ ਬਹਾਦਰ ਜੀ ਦੇ ਨਾਮ ਨਾਲ। ਤਾਂ ਇਹਨਾਂ ਦਾ ਗੁਰੂ ਤੇਗ ਬਹਾਦਰ ਦਾ ਮਤਲਬ ਕਿ ਕੀ ਕਾਰਨ, ਇੱਕ ਨਾ ਯੁੱਧ ਹੋਇਆ ਸੀਗਾ ਕਰਤਾਰਪੁਰ ਦਾ।
ਤਾਂ ਕਰਤਾਰਪੁਰ ਦਾ ਜਦੋਂ ਯੁੱਧ ਹੋਇਆ ਉਦੋਂ ਇਹ 13 ਸਾਲ ਦੇ ਸੀਗੇ ਸਿਰਫ। ਗੁਰੂ ਤੇਗ ਬਹਾਦਰ ਜੀ 13 ਸਾਲ ਦੇ ਸੀਗੇ ਉਦੋਂ। ਤਾਂ ਇਹਨਾਂ ਦੇ ਪਿਤਾ ਜੀ ਨੇ ਕਿਹਾ ਵੀ ਮਤਲਬ ਕਿ ਯੁੱਧ ਦੇ ਵਿੱਚ ਜਾਓਗੇ, ਤਾਂ ਇਹਨਾਂ ਨੇ ਮਤਲਬ ਕਿ ਯੁੱਧ ਦੇ ਵਿੱਚ ਉੱਥੇ ਬੜੀ ਬਹਾਦਰੀ ਦਿਖਾਈ, ਮਤਲਬ ਯੁੱਧ ਤੇ ਜਿੱਤ ਗਏ ਸੀਗੇ। ਠੀਕ ਆ, ਤਾਂ ਦੇਖੋ ਕੀਰਤਪੁਰ ਦੀ ਲੜਾਈ ਹੋਈ ਸੀ, ਕਰਤਾਰਪੁਰ ਨਹੀਂ ਸੌਰੀ ਕੀਰਤਪੁਰ ਦੀ ਲੜਾਈ ਹੋਈ, ਉਦੋਂ ਇਹ ਸਿਰਫ 13 ਸਾਲ ਦੇ ਸੀਗੇ। ਤਾਂ ਉਦੋਂ ਇਹਨਾਂ ਨੇ ਬਹਾਦਰੀ ਦਿਖਾਈ ਤੇ ਉਦੋਂ ਤੋਂ ਇਹਨਾਂ ਦਾ ਨਾਮ ਪੈ ਗਿਆ ਗੁਰੂ ਤੇਗ ਬਹਾਦਰ ਜੀ। ਤਾਂ ਇਹ ਲੜਾਈ ਪੈਂਡੇ ਖਾਨ ਤੇ ਮੁਗਲਾਂ ਨਾਲ ਸੀਗੀ। ਬਸ ਆ ਪੁਆਇੰਟ ਯਾਦ ਰੱਖਣਾ ਵੀ ਪੈਂਡੇ ਖਾਨ ਤੇ ਮੁਗਲਾਂ ਨਾਲ ਸੀ, ਕੀਰਤਪੁਰ ਦੀ ਲੜਾਈ ਸੀ। ਔਰ ਇਹਨਾਂ ਨੇ ਇਹ ਕਿੰਨੇ ਸਾਲ ਦੇ ਸੀ ਉਦੋਂ? 13 ਸਾਲ ਦੇ ਸੀ ਜਦੋਂ ਇਹਨਾਂ ਨੇ ਮਤਲਬ ਪੂਰੀ ਬਹਾਦਰੀ ਉਹਦੇ 'ਚ ਦਿਖਾਈ। ਤਾਂ ਉਦੋਂ ਇਹਨਾਂ ਦਾ ਫਿਰ ਨਾਮ ਬਦਲ ਕੇ ਤਿਆਗਮੱਲ ਤੋਂ ਕਰਤਾ ਗੁਰੂ ਤੇਗ ਬਹਾਦਰ ਜੀ। ਨਾਮ ਤੱਕ ਦਾ ਕਲੀਅਰ ਆ ਨਾ ਤੁਹਾਨੂੰ? ਹਿੰਦ ਦੀ ਚਾਦਰ ਗੁਰੂਆਂ ਜੀ ਨੂੰ ਆਪਾਂ ਕਿਉਂ ਕਹਿ ਰਹੇ ਹਾਂ? ਕਿਉਂਕਿ ਇਹਨਾਂ ਨੇ ਹਿੰਦੂਆਂ ਦੀ ਜਿਹੜੀ ਆ ਆਣ ਸ਼ਾਨ ਬਾਣ ਕਹਿ ਲਓ ਤੁਸੀਂ, ਜਾਂ ਉਹਨਾਂ ਦਾ ਜਿਹੜਾ ਧਰਮ ਆ ਉਹ ਬਚਾਉਣ ਦੇ ਲਈ ਆਪਣਾ ਆਪ ਕੁਰਬਾਨ ਕਰਤਾ ਸੀ, ਆਪਦੀ ਕੁਰਬਾਨੀ ਦਿੱਤੀ ਹੈ। ਤਾਂ ਕਰਕੇ ਆਪਾਂ ਕਹਿੰਦੇ ਵੀ ਇਹ ਹਿੰਦ ਦੀ ਚਾਦਰ ਵਜੋਂ ਆਪਾਂ ਇਹਨਾਂ ਦਾ ਸਨਮਾਨ ਕਰਦੇ ਹਾਂ। ਓਕੇ, ਤਾਂ ਇਸ ਤੋਂ ਬਾਅਦ ਦੇਖੋ ਤੁਸੀਂ, ਜਦੋਂ ਮੱਖਣ ਸ਼ਾਹ ਲਵਾਣਾ ਨੇ ਗੁਰੂ ਜੀ ਨੂੰ ਲੱਭ ਲਿਆ ਤਾਂ ਫਿਰ ਇਹ ਅੰਮ੍ਰਿਤਸਰ ਗਏ। ਹਰਿਮੰਦਰ ਸਾਹਿਬ ਦੇ ਜਿਹੜੇ ਪੁਜਾਰੀ ਬਣੇ ਬੈਠੇ ਸੀ ਉਹਨਾਂ ਨੇ ਕਹਿਤਾ ਵੀ ਤੁਹਾਨੂੰ ਤਾਂ ਅਸੀਂ ਅੰਦਰ ਆਉਣ ਹੀ ਨਹੀਂ ਦੇਣਾ। ਤਾਂ ਫਿਰ ਗੁਰੂ ਜੀ ਨੇ ਕੁਝ ਸਮਾਂ ਤਾਂ ਉੱਥੇ ਕੀ ਕੀਤੀ? ਵੇਟ ਕਰੀ। ਮਤਲਬ ਜਦੋਂ ਉਹਨਾਂ ਨੇ ਕਹਿਤਾ ਨਾ ਵੀ ਤੁਸੀਂ ਮਤਲਬ ਕਿ ਤੁਹਾਨੂੰ ਅੰਦਰ ਹੀ ਨਹੀਂ ਆਉਣ ਦੇਣਾ, ਤਾਂ ਫਿਰ ਗੁਰੂ ਜੀ ਨੇ ਵੇਟ ਕੀਤੀ। ਜਿੱਥੇ ਬਹਿ ਕੇ ਗੁਰੂ ਜੀ ਨੇ ਵੇਟ ਕੀਤੀ ਉੱਥੇ ਗੁਰਦੁਆਰਾ ਕਿਹੜਾ ਬਣਿਆ ਵਾ? ਥੜਾ ਸਾਹਿਬ। ਕਲੀਅਰ ਆ? ਤਾਂ ਥੜਾ ਸਾਹਿਬ ਗੁਰਦੁਆਰਾ। ਓਕੇ, ਤਾਂ ਫਿਰ ਇਹ ਤੋਂ ਬਾਅਦ ਦੇ ਵਿੱਚ ਉੱਥੋਂ ਇਹ ਕੀਰਤਪੁਰ ਆ ਗਏ, ਜਿਹੜਾ ਮਤਲਬ ਕਿ ਇਹਨਾਂ ਦੇ ਪਿਤਾ ਜੀ ਨੇ ਵਸਾਇਆ ਸੀ। ਇਹਨਾਂ ਦੇ ਪਿਤਾ ਜੀ ਕੌਣ ਸੀਗੇ? ਛੇਵੇਂ ਗੁਰੂ ਸੀਗੇ, ਉਹਨਾਂ ਨੇ ਕੀਰਤਪੁਰ ਵਸਾਇਆ ਸੀ। ਤਾਂ ਜਦੋਂ ਉੱਥੇ ਆਏ ਤਾਂ ਇਹਨਾਂ ਦਾ ਜਿਹੜਾ ਭਾਣਜਾ ਸੀ ਧੀਰਮਲ, ਉਹਨਾਂ ਨੇ ਵੀ ਉੱਥੇ ਇਹਨਾਂ ਨੂੰ ਐਂਟਰੀ ਨਹੀਂ ਦਿੱਤੀ। ਤਾਂ ਇਹਨਾਂ ਦਾ ਭਾਣਜਾ ਜਿਹੜਾ ਧੀਰਮਲ ਸੀ ਉਹਨਾਂ ਨੇ ਵੀ ਐਂਟਰੀ ਨਹੀਂ ਦਿੱਤੀ, ਕਿਉਂਕਿ 8ਵੇਂ ਗੁਰੂ ਕਹਿ ਗਏ ਸੀ ਵੀ ਉਹ ਗੁਰੂ ਨਹੀਂ ਬਣਨਗੇ ਧੀਰਮਲ। ਤਾਂ ਉਹਨਾਂ ਨੂੰ ਗੁੱਸਾ ਸੀ, ਤਾਂ ਉਹਨਾਂ ਨੇ ਕਹਿਤਾ ਵੀ ਮਤਲਬ ਇੱਥੇ ਅਸੀਂ ਤੁਹਾਨੂੰ ਐਂਟਰੀ ਨਹੀਂ ਦੇਣੀ। ਤਾਂ ਫਿਰ ਇਹਨਾਂ ਨੇ ਕੀ ਕੀਤਾ, ਇੱਥੇ ਇੱਕ ਪਹਿਲਾਂ ਇਹ ਕਿਹੜੀ ਜਗ੍ਹਾ ਸੀ ਉਰੇ? ਕੀਰਤਪੁਰ। ਤਾਂ ਕੀਰਤਪੁਰ ਤੋਂ 5 ਮੀਲ ਦੀ ਦੂਰੀ ਤੇ, ਕੀਰਤਪੁਰ ਤੋਂ 5 ਮੀਲ ਦੀ ਦੂਰੀ ਦੇ ਉੱਤੇ ਇੱਕ ਪਿੰਡ ਸੀਗਾ, ਪਿੰਡ ਦਾ ਨਾਮ ਸੀ ਮੱਖੋਵਾਲ। ਇਹ ਬਹੁਤ ਕੁਐਸਚਨ ਆ ਵੀ ਮਤਲਬ ਕਿਹੜਾ ਪਿੰਡ ਸੀ ਪੁਰਾਣਾ, ਕੀ ਨਾਮ ਸੀ, ਕਿਹੜੇ ਪਿੰਡ ਦਾ ਨਾਮ ਬਦਲਿਆ ਗਿਆ, ਐਵੇਂ ਇਹਨਾਂ ਨੂੰ ਲੈ ਕੇ ਬਹੁਤ ਕੁਐਸਚਨ ਬਣਦੇ ਆ। PPSC ਦੇ ਵਿੱਚ ਤਾਂ ਨਹੀਂ ਮਤਲਬ ਕਿ ਨਾਮ ਨੂਮ ਜੇ ਬਣਦੇ, ਤਾਂ ਤੁਸੀਂ ਉਹਦੇ 'ਚ ਤਾਂ ਤੁਸੀਂ ਧਿਆਨ ਨਾਲ ਵੈਸੇ ਸਟੇਟਮੈਂਟ ਕੀ ਬਣ ਸਕਦੀ ਹੈ ਤਾਂ ਪੂਰਾ ਟੌਪਿਕ ਸਮਝੋ ਧਿਆਨ ਨਾਲ। ਤਾਂ ਮੱਖੋਵਾਲ ਪਿੰਡ ਸੀਗਾ, ਮਤਲਬ ਇਹ ਕਿੱਥੇ ਸੀਗਾ? ਨੇੜੇ, ਮੱਖੋਵਾਲ ਦੇ ਪਿੰਡ ਦੇ ਨੇੜੇ ਤੇ ਬਿਲਾਸਪੁਰ ਦੇ ਰਾਜੇ ਤੋਂ। ਕਿਹੜੇ ਰਾਜੇ ਤੋਂ? ਕਿੱਥੋਂ ਦਾ ਰਾਜਾ ਸੀ ਉਹ? ਬਿਲਾਸਪੁਰ ਦਾ। ਤੇ ਇਹਦੇ ਰਾਜੇ ਦਾ ਨਾਮ ਸੀਗਾ ਦੀਪ ਚੰਦ। ਰਾਜੇ ਦਾ ਨਾਮ ਧਿਆਨ 'ਚ ਰੱਖੋ, ਮੱਖੋਵਾਲ ਰੱਖੋ, ਬਿਲਾਸਪੁਰ ਦਾ ਰਾਜਾ ਸੀ। ਓਕੇ, ਤਾਂ ਦੀਪ ਚੰਦ ਸੀ, ਇਹਨਾਂ ਤੋਂ ਜ਼ਮੀਨ ਖਰੀਦੀ। ਤਾਂ ਮਤਲਬ ਇਹ ਜਿਹੜਾ ਪਿੰਡ ਸੀਗਾ ਨਾ, ਇਹਦੀ ਜਗ੍ਹਾ 'ਤੇ 3 ਪਿੰਡ ਬਣਦੇ ਸੀ, ਲੋਧੀਪੁਰ, ਮਿਆਂਪੁਰ ਤੇ ਸਹੋਤਾ। ਤੇ 3 ਪਿੰਡਾਂ ਨੂੰ ਮਿਲਾ ਕੇ ਇਹ ਸੀਗਾ। ਤਾਂ ਇੱਥੋਂ ਇਹਨਾਂ ਨੇ ਜ਼ਮੀਨ ਖਰੀਦੀ ਬਿਲਾਸਪੁਰ ਦੇ ਰਾਜੇ ਦੀਪ ਚੰਦ ਤੋਂ। ਇਹਨਾਂ ਤੋਂ ਜਦੋਂ ਜ਼ਮੀਨ ਖਰੀਦੀ ਤਾਂ ਫਿਰ ਇਹਨਾਂ ਨੂੰ ਨਾਮ ਦਿੱਤਾ ਇਹਨਾਂ ਨੇ ਆਪਣੀ ਮਾਤਾ ਜੀ ਦੇ ਨਾਮ 'ਤੇ। ਉਹਦਾ ਨਾਮ ਕੀ ਦਿੱਤਾ? ਚੱਕ ਨਾਨਕੀ। ਕਲੀਅਰ ਆ ਵੀ? ਤਾਂ ਚੱਕ ਨਾਨਕੀ ਇਹ ਅੱਗੇ ਜਾ ਕੇ ਆਨੰਦਪੁਰ ਸਾਹਿਬ ਬਣੂਗਾ ਚੱਕ ਨਾਨਕੀ। ਪਹਿਲਾਂ ਇਹਦਾ ਨਾਮ ਕੀ ਸੀਗਾ? ਮਤਲਬ ਮੱਖੋਵਾਲ ਵਾਲੀ ਜ਼ਮੀਨ ਇੱਥੋਂ ਨੇੜੇ ਤੇੜੇ ਖਰੀਦ ਕੇ ਬਾਬਾ ਜੀ ਇਹਨਾਂ ਨੇ, ਗੁਰੂ ਤੇਗ ਬਹਾਦਰ ਜੀ ਨੇ ਦੀਪ ਚੰਦ ਤੋਂ ਖਰੀਦੀ ਔਰ ਉਹਦਾ ਨਾਮ ਰੱਖਦਾ ਚੱਕ ਨਾਨਕੀ। ਇਹ ਸ਼ਹਿਰ ਵਸਾਇਆ ਗੁਰੂ ਤੇਗ ਬਹਾਦਰ ਜੀ ਨੇ। ਤੇ ਇਦੋਂ ਬਾਅਦ 1665 ਦੇ ਵਿੱਚ ਇਹਨਾਂ ਦਾ ਨਾਮ ਪਊਗਾ ਆਨੰਦਪੁਰ ਸਾਹਿਬ। ਫਿਰ ਇਹਨਾਂ ਦਾ ਨਾਮ ਬਾਅਦ ਦੇ ਵਿੱਚ ਸ਼ਹਿਰ ਦਾ ਨਾਮ ਆਨੰਦਪੁਰ ਸਾਹਿਬ ਪੈਂਦਾ। ਤਾਂ ਇਹਨਾਂ ਨੇ ਬਹੁਤ ਸਾਰੀਆਂ ਯਾਤਰਾਵਾਂ ਕੀਤੀਆਂ ਨੇ। ਕਿੱਥੇ ਕਿੱਥੇ ਗਏ ਨੇ? ਦਿੱਲੀ। ਇਹਨਾਂ ਨੇ ਬਹੁਤ ਸਾਰੀਆਂ ਯਾਤਰਾ ਕਰੀਆਂ ਨੇ। ਕਿੱਥੇ ਕਿੱਥੇ ਗਏ? ਮਤਲਬ ਕਿ ਯਾਤਰਾ ਵਾਲੇ ਪੁਆਇੰਟ ਲਿਖ ਲਓ ਤੁਸੀਂ ਵੈਸੇ। ਦਿੱਲੀ ਗਏ, ਆਗਰਾ ਗਏ, ਯਾਤਰਾ ਦਿੱਲੀ, ਆਗਰਾ, ਇਲਾਹਾਬਾਦ, ਬਨਾਰਸ, ਗਇਆ, ਮਿਰਜ਼ਾਪੁਰ, ਪਟਨਾ। ਮਤਲਬ ਆ ਸਾਰੀਆਂ ਜਗ੍ਹਾ ਦੇ ਉੱਤੇ ਗੁਰੂ ਜੀ ਗਏ ਸੀਗੇ। ਆਹ ਮਤਲਬ ਆਪਾਂ ਪੁਆਇੰਟ ਪਹਿਲਾਂ ਗੱਲ ਕਰ ਲਏ। ਮਤਲਬ ਇਹਨਾਂ ਨੇ ਉੱਥੇ ਲਗਭਗ 20 ਸਾਲ ਬੈਠ ਕੇ ਤਪੱਸਿਆ ਕਰੀ ਸੀਗੀ ਗੁਰੂ ਬਣਨ ਤੋਂ ਪਹਿਲਾਂ। ਤਾਂ ਭਾਣਜੇ ਧੀਰਮਲ ਨੇ ਇਹਨਾਂ ਨੂੰ ਕੀਰਤਪੁਰ ਨਹੀਂ ਆਉਣ ਦਿੱਤਾ ਸੀ, ਤਾਂ ਇਹਨਾਂ ਨੇ ਨਵਾਂ ਸ਼ਹਿਰ ਜ਼ਮੀਨ ਖਰੀਦ ਕੇ ਵਸਾਇਆ, ਜਿਹਦਾ ਨਾਮ ਰੱਖਿਆ ਚੱਕ ਨਾਨਕੀ। ਔਰ ਇਹ 1665 ਦੇ ਵਿੱਚ ਇਹਦਾ ਨਾਮ ਪੈ ਗਿਆ ਆਨੰਦਪੁਰ ਸਾਹਿਬ। ਇੱਥੋਂ ਤੱਕ ਕਲੀਅਰ ਨੇ ਪੁਆਇੰਟ? ਤਾਂ 1665 'ਚ ਆਨੰਦਪੁਰ ਨਾਲ ਪ੍ਰਸਿੱਧ ਹੋ ਗਿਆ। ਯਾਤਰਾ ਕੀਤੀ ਦਿੱਲੀ, ਆਗਰਾ, ਇਲਾਹਾਬਾਦ, ਬਨਾਰਸ, ਗਇਆ, ਮਿਰਜ਼ਾਪੁਰ, ਪਟਨਾ। ਆਹ ਗਇਆ ਮਹਾਤਮਾ ਬੁੱਧ ਵਾਲਾ, ਇਹਨਾਂ ਦਾ ਬੋਧੀ ਟਰੀ ਹੈ ਨਾ ਇੱਥੇ, ਬੋਧ ਗਿਆ 'ਚ ਇੱਥੇ ਗਿਆਨ ਦੀ ਪ੍ਰਾਪਤੀ ਆ। ਤਾਂ ਮਿਰਜ਼ਾਪੁਰ ਜਿੱਥੋਂ ਆਪਣੀ ਲਾਈਨ ਲੰਘਦੀ ਆ ਇੰਡੀਆ ਦੇ ਵਾਲੀ, ਉਹ ਤੁਸੀਂ ਦੱਸਣਾ ਵੀ ਕਿੰਨੇ ਡਿਗਰੀ ਤੋਂ ਲੰਘਦੀ ਆ। ਐਵੇਂ ਲੌਂਗੀਟਿਊਡ ਲੰਘਦੇ ਆ ਨਾ ਇੰਡੀਆ ਦੇ ਵਿੱਚ, ਜਿਹੜੀ ਆਪਾਂ ਸੈਂਟਰ ਦੇ ਵਿੱਚ ਕੱਢੀ ਹੋਈ ਆ, ਜਿਹਨੂੰ ਦੇਖ ਕੇ ਆਪਾਂ ਟਾਈਮ ਨੋਟ ਕਰਦੇ ਹਾਂ ਇੰਡੀਆ ਦਾ, ਤਾਂ ਉਹ ਤੁਸੀਂ ਦੱਸੋਗੇ ਕਿੰਨੇ ਡਿਗਰੀ 'ਤੇ ਆ। ਤਾਂ ਪਟਨਾ, ਪਟਨਾ ਇੱਥੇ ਇੰਪੋਰਟੈਂਟ ਪੁਆਇੰਟ ਬਣਦਾ। ਪਟਨਾ ਕਿਉਂ? ਕਿਉਂਕਿ ਇੱਥੇ ਆਪਣੇ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੁੰਦਾ। ਤਾਂ ਜਾਣਾ ਤਾਂ ਇਹਨਾਂ ਨੇ ਅੱਗੇ ਵੀ ਸੀ, ਤਾਂ
ਤਾਂ ਉਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਣ ਵਾਲਾ ਸੀ, ਤਾਂ ਕਰਕੇ ਫਿਰ ਮਾਤਾ ਜੀ ਨੂੰ ਇੱਥੇ ਰੁਕਣਾ ਪੈ ਗਿਆ। ਤਾਂ ਗੁਰੂ ਜੀ ਉਹਨਾਂ ਨੂੰ ਛੱਡ ਕੇ ਆਪ ਚਲੇ ਗਏ, ਤੇ ਫਿਰ ਇੱਥੇ ਇਹਨਾਂ ਦਾ ਜਨਮ ਹੁੰਦਾ ਆਪਣੇ ਗੁਰੂਆਂ ਜੀ ਦਾ। ਤਾਂ 1666 ਦੇ ਵਿੱਚ ਉਹਨਾਂ ਦਾ ਜਨਮ ਹੁੰਦਾ ਗੋਬਿੰਦ ਰਾਏ ਜੀ ਦਾ। ਤੇ ਇਹਨਾਂ ਦੇ ਇੱਕ ਪ੍ਰਾਂਤ ਬਾਰੇ ਕਈ ਵਾਰ ਆਇਆ ਵਾ ਵੀ ਇਹ ਕਿਹੜਾ ਪ੍ਰਾਂਤ ਸੀ, ਤਾਂ ਇਹ ਪ੍ਰਾਂਤ ਨੂੰ ਇਹਨੂੰ ਆਪਾਂ ਮਾਲਵਾ ਪਲੱਸ ਬਾਂਗੜ ਆਹ ਪ੍ਰਾਂਤ ਕਹਿੰਦੇ ਆ। ਓਕੇ, ਤਾਂ ਤੁਸੀਂ ਇਹ ਵੀ ਮਤਲਬ ਕਿ ਕਨਫਿਊਜ਼ ਨਹੀਂ ਹੋਣਾ, ਤਾਂ ਪ੍ਰਾਂਤ ਕਿਹੜਾ ਮਾਲਵਾ ਤੇ ਬਾਂਗੜ ਸੀਗਾ। ਔਰ ਇੱਥੇ ਜਨਮ ਹੁੰਦਾ ਪਟਨੇ ਗੁਰੂ ਗੋਬਿੰਦ ਸਿੰਘ ਜੀ ਦਾ। ਫਿਰ ਇਹ ਤੋਂ ਬਾਅਦ 9ਵੇਂ ਗੁਰੂਆਂ ਨੇ ਹੋਰ ਅਸਾਮ ਵੀ ਗਏ, ਦੁਬਰੀ ਵੀ ਗਏ। ਰਾਈ ਸੀ ਗੁਰੂ ਜੀ ਨੇ ਅੰਬੇਰ ਦੇ ਰਾਜੇ ਰਾਮ ਸਿੰਘ, ਤੇ ਦੂਸਰੇ ਪਾਸੇ ਸੀਗੇ ਅਹੋਮ। ਇਹਨਾਂ ਦੋਨਾਂ ਦੇ ਵਿਚਾਲੇ ਸੰਧੀ ਕਰਾਈ ਸੀ ਗੁਰੂ ਜੀ ਨੇ, ਸ਼ਾਂਤਮਈ ਤਰੀਕੇ ਨਾਲ ਸੰਧੀ ਵੀ ਕਰਾਤੀ ਸੀ ਇਹਨਾਂ ਨੇ। ਤਾਂ ਫਿਰ ਇਹ ਜਦੋਂ ਵਾਪਸ ਆਉਂਦੇ ਆ ਤਾਂ 1672 ਦੇ ਵਿੱਚ ਅਨੰਦਪੁਰ ਵਾਪਸ ਆਉਣਗੇ। 1672 ਦੇ ਵਿੱਚ ਅਨੰਦਪੁਰ ਵਾਪਸ ਆ ਗਏ ਸੀ ਗੁਰੂ ਜੀ। ਉੱਥੇ ਪਟਨਾ ਵਿਖੇ ਉਹਨਾਂ ਦਾ ਜਨਮ ਹੋਇਆ ਸੀਗਾ ਗੁਰੂ ਗੋਬਿੰਦ ਸਿੰਘ ਜੀ ਦਾ। ਤਾਂ ਜਦੋਂ ਫਿਰ ਇਹ ਇੱਥੇ ਆਏ, ਇਹਨਾਂ ਨੇ ਮਤਲਬ ਸਾਰੀ ਸੰਗਤ ਨੂੰ ਦੇਖਿਆ ਵੀ ਸੰਗਤ ਦੇ ਵਿੱਚ ਤਾਂ ਬੜੀ ਨਮੋਸ਼ੀ ਪਈ ਆ, ਮਤਲਬ ਕਿ ਸਾਰੀ ਸੰਗਤ ਦੁਖੀ ਹੋਈ ਪਈ ਆ। ਤਾਂ ਫਿਰ ਇਹਨਾਂ ਨੇ ਉਹਨਾਂ ਨੂੰ ਪੁੱਛਿਆ, ਤਾਂ ਉਹ ਕਹਿੰਦੇ ਵੀ ਮਤਲਬ ਕਿ ਜਿਹੜਾ ਸਾਡਾ ਧਰਮ ਆ ਨਾ, ਔਰੰਗਜ਼ੇਬ ਆ, ਉਹ ਬਹੁਤ ਕੱਟੜਾ। ਤਾਂ ਔਰੰਗਜ਼ੇਬ ਸੀਗਾ ਜਿਹੜਾ ਵੀ ਉਹ ਸਭ ਦਾ ਧਰਮ ਆ ਜਿਹੜਾ ਜ਼ਬਰਦਸਤੀ ਚੇਂਜ ਕਰਾਉਂਦੇ ਪਏ ਨੇ। ਮਤਲਬ ਜਿਹੜੇ ਆਪਣੇ ਹਿੰਦੂ ਸੀਗੇ, ਪੰਡਤ ਸੀਗੇ, ਤਾਂ ਉਹ ਆਪਦੀ ਰੱਖਿਆ ਦੇ ਲਈ ਗੁਰੂ ਜੀ ਪਾਸ ਆਏ। ਤਾਂ ਉਹਨਾਂ ਨੇ ਆ ਕੇ ਕਿਹਾ ਗੁਰੂ ਜੀ ਨੂੰ ਵੀ ਮਤਲਬ ਸਾਡਾ ਧਰਮ ਖਤਰੇ ਦੇ ਵਿੱਚ ਆ। ਤੇ ਜਿਹੜਾ ਨਾ ਪੰਡਤਾਂ ਦੇ ਵੱਲੋਂ ਆਏ ਸੀਗੇ ਹਿੰਦੂ ਧਰਮ ਦੀ ਰੱਖਿਆ ਦੇ ਲਈ, ਉਹ ਪੰਡਤ ਦਾ ਨਾਮ ਸੀਗਾ ਕਿਰਪਾ ਰਾਮ। ਆਹ ਇੰਪੋਰਟੈਂਟ ਪੁਆਇੰਟ ਹੈ ਇੱਥੇ, ਪੰਡਤ ਕਿਹੜਾ ਸੀਗਾ? ਕਿਰਪਾ ਰਾਮ ਸੀਗਾ। ਇਹ ਧਰਮ ਦੀ ਰੱਖਿਆ ਲਈ ਗੁਰੂ ਜੀ ਦੇ ਪਾਸ ਆਏ। ਤਾਂ ਉਦੋਂ ਕਸ਼ਮੀਰ ਦਾ ਜਿਹੜਾ ਗਵਰਨਰ ਸੀਗਾ ਉਹ ਸੀਗਾ ਇਫਤਖਾਰ ਖਾਂ। ਆਹ ਇੰਪੋਰਟੈਂਟ ਨੇਮ ਹੁੰਦੇ ਨੇ ਜਿਨ੍ਹਾਂ ਨੂੰ ਸਟੇਟਮੈਂਟ ਬਣਦੀ ਆ, ਕਿਵੇਂ ਮਰਜ਼ੀ ਪਾ ਦੇਣ, ਉਹ ਸਟੇਟਮੈਂਟ ਤੱਕ ਤੁਹਾਨੂੰ ਕੋਈ ਨਹੀਂ, ਤੁਸੀਂ ਉਲਝਣਾ ਨਹੀਂ। ਬਸ ਪੁਆਇੰਟ ਤੁਹਾਨੂੰ ਕਲੀਅਰ ਹੋਵੇ ਤਾਂ ਤੁਸੀਂ ਸਟੇਟਮੈਂਟ ਨੂੰ ਵੀ ਕਲੀਅਰ ਕਰ ਦੋਗੇ ਵੀ ਸਾਡਾ ਜ਼ਬਰਦਸਤੀ ਧਰਮ ਚੇਂਜ ਕਰਦੇ ਪਏ ਆ। ਤਾਂ ਫਿਰ ਗੁਰੂ ਜੀ ਕੋਲ ਜਦੋਂ ਆਏ ਤਾਂ ਗੁਰੂ ਜੀ ਨੇ ਕਿਹਾ ਵੀ ਮਤਲਬ ਕਿ ਸਮਾਂ ਤਾਂ ਕਿਸੇ ਮਹਾਨ ਮਹਾਂਪੁਰਸ਼ ਦੀ ਬਲੀਦਾਨ ਮੰਗਦੇ ਆ। ਤਾਂ ਫਿਰ ਉੱਥੇ ਆਪਣੇ 10ਵੇਂ ਗੁਰੂ ਜੀ ਬੈਠੇ ਸੀ। ਤਾਂ ਉਦੋਂ 9 ਸਾਲ ਦੇ ਸੀਗੇ ਜਦੋਂ ਉਹਨਾਂ ਨੇ ਕਿਹਾ, ਕਹਿੰਦੇ ਵੀ ਤੁਹਾਡੇ ਤੋਂ ਜ਼ਿਆਦਾ ਯੋਗ ਕੌਣ ਹੋ ਸਕਦਾ ਗੁਰੂ ਜੀ? ਪਿਤਾ ਜੀ ਤੁਹਾਡੇ ਤੋਂ ਜ਼ਿਆਦਾ ਯੋਗ ਕੌਣ ਆ? ਤਾਂ ਉਹਨੂੰ ਬਾਅਦ ਫਿਰ ਇਹਨਾਂ ਨੇ ਮਤਲਬ ਕਿ ਆਪਣੇ 9ਵੇਂ ਗੁਰੂ ਜੀਆਂ ਨੇ ਸ਼ਹੀਦੀ ਦੇਣ ਦਾ, ਸ਼ਹਾਦਤ ਦੇਣ ਦਾ ਫੈਸਲਾ ਕਰ ਲਿਆ। ਤਾਂ ਫਿਰ ਜਦੋਂ ਇਹ ਗਏ ਤਾਂ ਆਗਰੇ ਕੋਲ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ। ਫਿਰ ਇਸ ਤੋਂ ਬਾਅਦ ਇਹਨਾਂ ਨੂੰ ਕਾਫੀ ਤਸੀਹੇ ਦਿੱਤੇ, ਧਰਮ ਪਰਿਵਰਤਨ ਕਰਨ ਦੇ ਲਈ ਕਿਹਾ ਗਿਆ। ਪਰ ਗੁਰੂ ਜੀ ਕਹਿੰਦੇ ਵੀ ਅਸੀਂ ਧਰਮ ਪਰਿਵਰਤਨ ਨਹੀਂ ਕਰਨਾ, ਜੋ ਕਰਨਾ ਤੁਸੀਂ ਕਰ ਸਕਦੇ ਹੋ। ਤਾਂ ਫਿਰ ਇਹਨਾਂ ਨੂੰ 11 ਨਵੰਬਰ 1675 ਨੂੰ ਔਰੰਗਜ਼ੇਬ ਦੇ ਹੁਕਮਾਂ ਦੇ ਅਨੁਸਾਰ ਸਮਾਣੇ ਦੇ ਜਲਾਲਉਦੀਨ ਨੇ ਸ਼ਹੀਦ ਕਰਤਾ। 11 ਨਵੰਬਰ 1675 ਨੂੰ ਔਰੰਗਜ਼ੇਬ ਦੇ ਹੁਕਮਾਂ ਦੇ ਸਮਾਣੇ ਦੇ ਜਲਾਲਉਦੀਨ ਨੇ ਸ਼ਹੀਦ ਕਰਤਾ। ਤਾਂ ਇਹਨਾਂ ਤੋਂ ਪਹਿਲਾਂ ਜਿਹੜੇ ਗੁਰੂ ਜੀ ਦੇ ਨਾਲ ਸਿੰਘ ਸੀਗੇ, ਭਾਈ ਸਤੀਦਾਸ ਜੀ, ਭਾਈ ਮਤੀਦਾਸ ਜੀ ਤੇ ਭਾਈ ਦਿਆਲਾ ਜੀ, ਇਹਨਾਂ ਨੂੰ ਵੀ ਇਹਨਾਂ ਦੇ ਪਹਿਲਾਂ ਸ਼ਹੀਦ ਕੀਤਾ ਗਿਆ। ਆਹ ਪੁਆਇੰਟ ਆ ਵੀ ਮਤਲਬ ਕਿ ਕਿਹੜੇ ਕਿਹੜੇ ਉਹਨਾਂ ਦੇ ਨਾਲ ਸਿੰਘ ਸੀਗੇ, ਸਿੱਖ ਸੀਗੇ ਜਿਨ੍ਹਾਂ ਨੂੰ ਉੱਥੇ ਸ਼ਹੀਦ ਕੀਤਾ ਗਿਆ। ਇੱਥੋਂ ਤੱਕ ਕਲੀਅਰ ਆ। ਤਾਂ ਪੁਆਇੰਟ ਨੇ ਜਿਹੜੇ ਉਹ ਦੇਖੋ ਤੁਸੀਂ, ਉਹ ਜਗ੍ਹਾ ਕਿਹੜੀ ਸੀਗੀ? ਚਾਂਦਨੀ ਚੌਂਕ, ਦਿੱਲੀ। ਤੇ ਜਿੱਥੇ ਇਹਨਾਂ ਦਾ ਸੀਸ ਕੱਟਿਆ ਗਿਆ ਉੱਥੇ ਗੁਰਦੁਆਰਾ ਮਤਲਬ ਕਿਹੜਾ ਗਾ ਉਹ ਜਗ੍ਹਾ ਦੇ ਉੱਤੇ ਸੀਸਗੰਜ ਆ। ਤੇ ਬਣਵਾਇਆ ਕਿਹਨੇ ਸੀ? ਸਰਦਾਰ ਬਘੇਲ ਸਿੰਘ ਨੇ 1790 ਦੇ ਵਿੱਚ। ਤਾਂ ਜਿੱਥੇ ਗੁਰੂ ਜੀ ਦੀ ਪਵਿੱਤਰ ਦੇਹ ਦਾ ਸੰਸਕਾਰ ਹੋਇਆ ਤਾਂ ਲੱਖੀ ਸ਼ਾਹ ਲੁਬਾਣਾ ਦੀ ਹਵੇਲੀ ਸੀ। ਉਹ ਕਿਹਦੀ ਸੀ? ਲੱਖੀ ਸ਼ਾਹ ਲੁਬਾਣਾ ਦੀ। ਤਾਂ ਦੇਖੋ ਜਿਹੜੇ ਇਹਨਾਂ ਨੂੰ ਲੱਭਣ ਵਾਲੇ ਸੀ ਉਹ ਮੱਖਣ ਸ਼ਾਹ ਲੁਬਾਣਾ ਨੇ, ਜਿਹੜੇ ਕਹਿੰਦੇ ਸੀ ਗੁਰੂ ਲਾਧੋਰੇ, ਉਹ ਕਿਹੜੇ ਸੀ? ਮੱਖਣ ਸ਼ਾਹ ਲੁਬਾਣਾ, ਬਕਾਲਾ ਪਿੰਡ ਦੇ ਵਿੱਚੋਂ। ਤਾਂ ਇੱਥੇ ਲੱਖੀ ਸ਼ਾਹ ਲੁਬਾਣਾ ਦੀ ਹਵੇਲੀ ਦੇ ਵਿੱਚ, ਤੇ ਅੱਜ ਉੱਥੇ ਗੁਰਦੁਆਰਾ ਕਿਹੜਾ ਗਾ? ਰਕਾਬਗੰਜ ਸਾਹਿਬ। ਜਿੱਥੇ ਗੁਰੂ ਜੀ ਦਾ ਸੀਸ ਦਾ ਸੰਸਕਾਰ ਕੀਤਾ ਗਿਆ ਉਹ ਆਨੰਦਪੁਰ ਲੈ ਕੇ ਆ ਗਏ ਸੀਗੇ ਭਾਈ ਜੈਤਾ ਜੀ। ਤਾਂ ਆਨੰਦਪੁਰ ਸਾਹਿਬ ਵਿਖੇ ਉੱਥੇ ਗੁਰਦੁਆਰਾ ਸੀਸਗੰਜ ਸਾਹਿਬ ਆਨੰਦਪੁਰਾ। ਤਾਂ ਸੀਸ ਲੈ ਕੇ ਆਉਣ ਵਾਲੇ ਸਿੱਖ ਕੌਣ ਸੀਗੇ? ਭਾਈ ਜੈਤਾ ਜੀ ਸੀਗੇ। ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਕੀ ਕਿਹਾ? ਰੰਗਰੇਟਾ ਗੁਰੂ ਕਾ ਬੇਟਾ ਕਹਿ ਕੇ ਨਿਵਾਜਿਆ। ਤਾਂ ਇਹ ਤਾਂ ਪੁਆਇੰਟ ਨੇ ਜਿਹੜੇ ਆਪਣੇ ਸੀਗੇ ਗੁਰੂ ਜੀ ਨੂੰ ਲੈ ਕੇ। ਤਾਂ ਹੁਣ 9ਵੇਂ ਗੁਰੂ ਬਾਰੇ ਉਮੀਦ ਕਰਦੇ ਹਾਂ ਵੀ ਤੁਹਾਨੂੰ ਸਭ ਕਲੀਅਰ ਹੋ ਗਿਆ ਹੋਊਗਾ। ਬਾਕੀ ਅਗਰ ਫਿਰ ਵੀ ਕਿਸੇ ਨੂੰ ਕੋਈ ਡਾਊਟ ਰਹਿੰਦਾ ਤਾਂ ਤੁਸੀਂ ਵੀਡੀਓ ਨੂੰ ਦੁਬਾਰਾ ਚਲਾ ਕੇ ਦੇਖ ਸਕਦੇ ਹੋ। ਅਗਰ ਫਿਰ ਵੀ ਤੁਹਾਡਾ ਡਾਊਟ ਆ ਜਿਹੜਾ ਕਲੀਅਰ ਨਹੀਂ ਹੁੰਦਾ ਤਾਂ ਤੁਸੀਂ ਕਮੈਂਟ ਕਰ ਸਕਦੇ ਹੋ, ਜਾਂ ਸਾਡੇ ਟੈਲੀਗ੍ਰਾਮ ਜਾਂ ਇੰਸਟਾਗ੍ਰਾਮ 'ਤੇ ਤੁਸੀਂ ਆਪਦਾ ਜੋ ਵੀ ਤੁਹਾਡਾ ਕਮੈਂਟ ਹੋਏਗਾ, ਕੋਈ ਕੁਐਰੀ ਆ, ਡਾਊਟ ਆ, ਉਹ ਤੁਸੀਂ ਉੱਥੇ ਪੋਸਟ ਕਰ ਦਿਓ ਤਾਂ ਤੁਹਾਡਾ ਡਾਊਟ ਆ ਜਿਹੜਾ ਉਹ ਕਲੀਅਰ ਕੀਤਾ ਜਾਊਗਾ। ਵੀਡੀਓ ਦੇਖਣ ਲਈ ਸਭ ਦਾ ਬਹੁਤ ਬਹੁਤ ਥੈਂਕ ਯੂ। ਔਰ ਤੁਸੀਂ ਸਾਡੇ ਚੈਨਲ ਨੂੰ ਜ਼ਿਆਦਾ ਤੋਂ ਜ਼ਿਆਦਾ ਸਬਸਕ੍ਰਾਈਬ ਕਰੋ, ਸ਼ੇਅਰ ਕਰੋ ਔਰ ਵੀਡੀਓਜ਼ ਨੂੰ ਲਾਈਕ ਕਮੈਂਟ ਕਰੋ। ਦੁਬਾਰਾ ਤੋਂ ਇੱਕ ਵਾਰ ਫਿਰ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਲੱਖ ਲੱਖ ਵਧਾਈਆਂ। ਨਵਾਂ ਸਾਲ ਤੁਹਾਡੇ ਸਭ ਲਈ ਖੁਸ਼ੀਆਂ ਭਰਿਆ ਹੋਵੇ।